ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। ਅੱਜ ਚੌਥੇ ਭਾਗ ਵਿੱਚ ਸੁਣੋ ਪੁਆੜੇ ਦੀ ਜੜ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਧਰਤੀ ਉੱਤੇ ਇਨਸਾਨ ਨੂੰ ਕਿਹੜੀ ਚੀਜ਼ ਦੀ ਕਮੀ ਹੈ? ਧਰਤੀ ਮਾਲਾ ਮਾਲ ਹੈ ਬਨਸਪਤੀ, ਜੀਵ ਜੰਤੂਆਂ, ਖਣਿਜ ਪਦਾਰਥਾਂ ਦੇ ਨਾਲ। ਮੀਡੀਆ ਅੰਦਰ ਇਹ ਮੁੱਕ ਗਿਆ ਏ, ਇਹ ਮੁੱਕਣ ਵਾਲਾ ਜੇ ਦਾ ਸਹਿਮ ਪ੍ਰਚਾਰ ਸਰਾਸਰ ਝੂਠ ਹੈ। ਸਾਇੰਸ ਅਤੇ ਕੰਪਿਊਟਰ ਯੁੱਗ ਅੰਦਰ ਇਨਸਾਨ ਲਈ ਕੁੱਲ ਜਾਨਦਾਰਾਂ ਅਤੇ ਧਰਤੀ ਦੀ ਵਧੀਆ ਸੇਵਾ ਸੰਭਾਲ ਕਰਨਾ ਇੱਕ ਅਤ ਜ਼ਰੂਰੀ ਪਰ ਅਤ ਆਸਾਨ ਕੰਮ ਹੈ। ਫੇਰੇ ਮਾਰੋ, ਲੁੱਟੋ, ਸਾਂਭੋ ਦਾ ਰੌਲਾ ਕਿਉਂ ਪੈ ਰਿਹਾ ਹੈ ਸਦੀਆਂ ਤੋਂ? ਕਿਹੜੀਆਂ ਸ਼ਕਤੀਆਂ ਹਨ ਜੋ ਧਰਤੀ ਨੂੰ ਸਵਰਗ ਬਣਾਉਣ ਦੀ ਰਾਹ ਵਿੱਚ ਅੜਿੱਕਾ ਹਨ? ਆਦ ਇਨਸਾਨ ਇੱਕ ਬਨ ਮਾਨਸ ਸੀ, ਨਾ ਕੋਈ ਕੱਪੜਾ ਲੱਤਾ, ਨਾ ਕੋਈ ਘਰ। ਛੋਟੇ ਝੁੰਡਾਂ ਦੇ ਵਿੱਚ ਫਿਰਦਾ ਸੀ। ਬਨਸਪਤੀਆਂ ਦੀਆਂ ਕਰੂੰਬਲਾਂ, ਕੂੜੇ ਬੂਟੇ ਅਤੇ ਜੜ੍ਹਾਂ ਉਸ ਦੀ ਖੁਰਾਕ ਸਨ। ਜੇ ਕੋਈ ਛੋਟਾ ਜਾਨਵਰ ਹੱਥ ਆ ਜਾਵੇ ਤਾਂ ਉਸ ਨੂੰ ਵੀ ਰਗੜ ਜਾਂਦਾ ਸੀ। ਕੁੱਲ ਪਾਸਿਆਂ ਵਿੱਚ ਹੋਰ ਵੀ ਬੇਅੰਤ ਕਿਸਮ ਦੇ ਜਾਨਵਰ ਸਨ ਜੋ ਬਨਸਪਤੀ ਖਾਂਦੇ ਸਨ, ਅਤੇ ਮਾਸਾਹਾਰੀ ਖਤਰਨਾਕ ਦਿਸਦੇ ਜਾਨਵਰ ਵੀ ਸਨ। ਪਿਛਲੇਰਿਆਂ ਤੋਂ ਬਚਣ ਲਈ ਬੇਅੰਤ ਉਪਰਾਲੇ ਕਰਨੇ ਪੈਂਦੇ ਸਨ ਜਾਂ ਲੁਕਣਾ ਪੈਂਦਾ ਸੀ। ਕਾਢੂ ਆਦਿ ਇਨਸਾਨ ਨੇ ਪਹਿਲਣਿਆਂ ਨੂੰ ਮਾਰਨ ਲਈ ਭਾਰੀਆਂ ਤੇ ਤਿੱਖੀਆਂ ਡਾਂਗਾਂ ਦੀ ਵਰਤੋਂ ਸ਼ੁਰੂ ਕੀਤੀ। ਕੁਦਰਤ ਨੇ ਉਸ ਨੂੰ ਹੱਥ ਬਖਸ਼ੇ ਸਨ ਅਤੇ ਉਹ ਹੋਰਨਾਂ ਚੌਪਾਇਆਂ ਦੇ ਨਾਲੋਂ ਵੱਖਰਾ ਹੋ ਕੇ ਦੋ ਪੈਰਾਂ ਉੱਤੇ ਚੱਲਦਾ ਅਤੇ ਭੱਜਦਾ ਸੀ। ਮਾਨਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਦੇ ਦਿਮਾਗ ਅਤੇ ਹੱਥਾਂ ਨੇ ਵਿਕਸਿਤ ਹੋਣਾ ਸ਼ੁਰੂ ਕੀਤਾ। ਜਵਾਲਾਮੁਖੀਆਂ ਨੇ ਉਸ ਨੂੰ ਅੱਗ ਦੇ ਭੇਦ ਦੱਸੇ। ਅਗਨੀ ਦੇਵੀ ਤੋਂ ਉਸ ਨੇ ਮਾਸ ਭੁੰਨ ਕੇ ਖਾਣਾ ਸਿੱਖਿਆ। ਲੰਮੀਆਂ ਅਤੇ ਤਿੱਖੀਆਂ ਹੱਡੀਆਂ ਤੋਂ ਹਥਿਆਰ ਅਤੇ ਮਾਰੇ ਜਾਨਵਰਾਂ ਦੀਆਂ ਖੱਲਾਂ ਤੋਂ ਆਪਣੇ ਲਈ ਉਛਾੜ ਜਾਂ ਵਸਤਰ। ਸਰਦੀ ਅਤੇ ਗਰਮੀ ਤੋਂ ਬਚਣ ਲਈ ਪਹਾੜਾਂ ਅੰਦਰ ਡੂੰਘੀਆਂ ਗੁਫਾਵਾਂ, ਜਿੱਥੇ ਸ਼ਵੱਛ ਪਾਣੀ ਦੀ ਧਾਰ ਜਾਂ ਨਦੀ ਝੂੰਗੇ ਵਿੱਚ ਮਿਲਦੀ ਸੀ। ਸੱਭਿਅਤਾਵਾਂ ਦਾ ਆਰੰਭ ਇਹੀ ਗੁਫਾਵਾਂ ਸਨ। ਮਾਰੂ ਜਾਨਵਰਾਂ ਤੋਂ ਬਚਣ ਲਈ ਗੁਫਾ ਦੇ ਮੂੰਹ ਉੱਤੇ ਪੱਥਰ, ਹੱਥ ਵਿੱਚ ਪੱਥਰ ਅਤੇ ਤਿੱਖੇ ਪੱਥਰ ਲੈਸ ਸਿੱਧੀਆਂ ਟਾਹਣੀਆਂ ਦੇ ਬਰਛੇ। ਗੁਫਾ ਦੇ ਅੰਦਰ ਬੱਚਿਆਂ ਦੀ ਪਾਲਣਾ ਅਤੇ ਮਾਰਨ ਅਤੇ ਬਚਣ ਲਈ ਫੌਜੀ ਸਿਖਲਾਈ ਹੁੰਦੀ ਸੀ। ਮਾਸ ਅਤੇ ਬਨਸਪਤੀ ਤੋਂ ਭੋਜਨ ਦੀ ਤਿਆਰੀ ਹੁੰਦੀ ਸੀ। ਇੱਥੇ ਕਲਾਕਾਰ ਵੀ ਪੈਦਾ ਹੋਏ, ਜਿਨ੍ਹਾਂ ਨੇ ਦੁਨੀਆ ਦੇ ਬੇਅੰਤ ਹਿੱਸਿਆਂ ਵਿੱਚ ਗੁਫਾਵਾਂ ਦੀਆਂ ਕੰਧਾਂ ਦੇ ਉੱਪਰ ਆਦਿ-ਪੁਰਖ ਅਤੇ ਉਸ ਦੇ ਸ਼ਿਕਾਰੀ ਕੰਧਾਂ ਦੇ ਚਿੱਤਰ ਬਣਾਏ। ਖੂਬਸੂਰਤ ਜਾਨਵਰਾਂ ਦੇ ਚਿੱਤਰ ਵੀ ਬਣ ਗਏ। ਜਦੋਂ ਪੰਛੀ ਅਤੇ ਜਾਨਵਰ ਆਪਣੇ ਲਈ ਆਲ੍ਹਣੇ ਅਤੇ ਘੁਰਨੇ ਬਣਾ ਲੈਂਦੇ ਸਨ ਤਾਂ ਆਦਿ ਮਾਨਸ ਲਈ ਕੀ ਮੁਸ਼ਕਲ ਸੀ? ਪੱਥਰਾਂ, ਟਾਹਣੀਆਂ, ਖੱਲਾਂ ਅਤੇ ਗਾਰੇ ਆਦਿ ਨਾਲ ਘਰ ਬਣਾਉਣ ਵਿੱਚ। ਧਰਤੀ ਵਿਸ਼ਾਲ ਸੀ ਅਤੇ ਜੰਗਲ ਬੇਅੰਤ ਸਨ। ਖੁਰਾਕ ਦੇ ਨਾਲ ਮਾਲਾ ਮਾਲ। ਬਦਲਦੇ ਮੌਸਮਾਂ ਦੇ ਨਾਲ ਮਾਨਸ ਖਾਸ ਤੌਰ ਤੇ ਠੰਡ ਤੋਂ ਬਚਣ ਲਈ ਉਪਰਾਲੇ ਕਰਨ ਲੱਗਾ। ਉਸ ਨੇ ਕਈ ਜਾਨਵਰ ਘੇਰ ਕੇ, ਪੁਚਕਾਰ ਕੇ ਪਾਲਤੂ ਬਣਾ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਹੀ ਲਈ ਫਿਰਦਾ ਸੀ। ਕੁੱਤਾ ਸ਼ਾਇਦ ਉਸ ਦਾ ਪਹਿਲਾ ਸਾਥੀ ਸੀ। ਧਰਤੀ ਉੱਤੇ ਜਾਣੇ ਪਛਾਣੇ ਦੋ ਅਜਿਹੇ ਥਾਂ ਸਨ ਜਿੱਥੇ ਇਨਸਾਨ ਨੇ ਟਿਕ ਕੇ ਵਿਕਾਸ ਕੀਤਾ। ਇੱਕ ਸੀ ਅੱਜ ਦੇ ਇਰਾਕ ਅੰਦਰ ਦਰਿਆ ਯੂਫਰੇਟਸ, ਅਤੇ ਦੂਜਾ ਹਰਿਆਣੇ ਅੰਦਰ ਘੱਗਰ ਨਦੀ ਦੇ ਆਲੇ ਦੁਆਲੇ। ਦੁਨੀਆ ਦੇ ਅੰਦਰ ਹੋਰ ਵੀ ਕਈ ਥਾਂ ਜ਼ਰੂਰ ਹੋਣਗੇ, ਪਰ ਉਹਨਾਂ ਬਾਰੇ ਬਹੁਤਾ ਲਿਖਿਆ ਨਹੀਂ ਗਿਆ। ਉਹਨਾਂ ਪੁਰਾਣੇ ਸਮਿਆਂ ਵਿੱਚ ਮਾਨਸ ਕੇਵਲ ਹੱਥਾਂ ਦੇ ਜ਼ੋਰ ਨਾਲ ਹੀ ਕੁਝ ਤੋੜ ਜਾਂ ਰੇੜ ਸਕਦਾ ਸੀ। ਜੰਗਲ ਧਰਤੀ ਦੇ ਚੱਪੇ ਚੱਪੇ ਉੱਤੇ ਸਨ। ਕੇਵਲ ਉੱਪਰ ਦੱਸੇ ਦੋ ਥਾਵਾਂ ਉੱਤੇ ਨਦੀ ਦੇ ਆਲੇ ਦੁਆਲੇ ਜੰਗਲ ਨਹੀਂ, ਬਲਕਿ ਉਪਜਾਊ ਮਿੱਟੀ ਅਤੇ ਹਲਕੀ ਬਨਸਪਤੀ ਸੀ। ਘੱਗਰ, ਜਿਸ ਦਾ ਪਹਿਲਾ ਨਾਮ ਸਰਸਵਤੀ ਹੋ ਸਕਦਾ ਹੈ, ਅਤੇ ਯੂਫਰੇਟਸ ਨਦੀਆਂ ਮੱਛੀ ਅਤੇ ਮਗਰਮੱਛ ਨਾਲ ਵੀ ਮਾਲਾ ਮਾਲ ਸਨ। ਪਾਣੀ, ਖੁਰਾਕ, ਵਰਤਣਯੋਗ ਧਰਤੀ ਅਤੇ ਚੰਗੇ ਮੌਸਮ ਕਾਰਨ ਮਾਨਸ ਟੱਬਰ ਦੂਰ ਦੂਰ ਤੱਕ ਵਸ ਗਏ। ਬਨਸਪਤੀ ਨੂੰ ਮਾਨਸ ਨੇ ਪਾਲਤੂ ਕਰ ਲਿਆ, ਆਪਣੀ ਮਰਜ਼ੀ ਨਾਲ ਉਗਾਉਣ ਲੱਗ ਪਿਆ। ਵਾਹੁਣ ਬੀਜਣ ਯੋਗ ਧਰਤੀ ਸ਼ੁਰੂ ਵਿੱਚ ਇੱਥੇ ਹੀ ਸੀ।
ਜਦੋਂ ਅੱਗ ਨੂੰ ਹੱਥ ਵਿੱਚ ਲਿਆਂਦਾ ਤੇ ਉਸ ਨੇ ਝੱਟ ਲੱਭ ਲਿਆ ਕਿ ਕਈ ਪੱਥਰਾਂ ਨੂੰ ਭਖਾ ਕੇ ਅੰਦਰੋਂ ਇੱਕ ਨਵੀਂ ਚੀਜ਼ ਨਿਕਲਦੀ ਹੈ, ਧਾਤ। ਲੱਕੜ ਬਾਲੋ, ਕਾਲੇ ਪੱਥਰ, ਕੋਲਾ ਬਾਲੋ ਤਾਂ ਇੱਕ ਨਹੀਂ ਕਈ ਧਾਤਾਂ ਨਿਕਲਣਗੀਆਂ। ਪਰ ਸ਼ੁਰੂ ਵਿੱਚ ਤਾਂ ਰਲੀਆਂ ਮਿਲੀਆਂ ਧਾਤਾਂ ਦੀ ਹੀ ਧਾਤ ਨਿਕਲਦੀ ਸੀ, ਉਹ ਸੀ ਕਹਿ। ਪੱਥਰਾਂ ਦੇ ਯੁੱਗ ਵਿੱਚੋਂ ਕਹਿ ਦਾ ਯੁੱਗ ਆਇਆ। ਰਸੋਈ ਦੇ, ਖੇਤੀ ਦੇ ਅਤੇ ਲੜਾਈ ਰੱਖਿਆ ਦੇ ਸੰਦ ਬਣਨ ਲੱਗੇ। ਅੱਗ ਅਤੇ ਖੇਤੀ ਸੰਦਾਂ ਨਾਲ ਜੰਗਲਾਂ ਦਾ ਸਫਾਇਆ ਸ਼ੁਰੂ ਹੋ ਗਿਆ। ਮਾਨਸ ਬਸਤੀਆਂ, ਝੁੱਗੀਆਂ ਅਤੇ ਘਰ ਬਣਨ ਲੱਗੇ। ਪੱਥਰਾਂ ਦੀ ਥਾਂ ਮਿੱਟੀ ਤੋਂ ਪੱਥੀਆਂ ਇੱਟਾਂ, ਪਹਿਲਾਂ ਕੱਚੀਆਂ ਅਤੇ ਝੱਟ ਪਿੱਛੋਂ ਪੱਕੀਆਂ ਦੀ ਵਰਤੋਂ ਚਾਲੂ ਹੋ ਗਈ। ਇਨਸਾਨ ਦੀ ਹਰ ਨਵੀਂ ਖੋਜ, ਹਰ ਨਵੀਂ ਪ੍ਰਾਪਤੀ ਕਿਤੇ ਪੇਟੈਂਟ ਨਹੀਂ ਹੋਈ, ਸਗੋਂ ਤੇਜ਼ੀ ਨਾਲ ਇਸ ਦਾ ਗਿਆਨ ਖਿਲਰਦਾ ਗਿਆ। ਕੁੱਲ ਦੁਨੀਆ ਦੇ ਅੰਦਰ ਬੇਅੰਤ ਸੱਭਿਅਤਾਵਾਂ ਖੜੀਆਂ ਹੋ ਗਈਆਂ। ਹਰ ਸੱਭਿਅਤਾ ਆਪਣੇ ਆਪ ਵਿੱਚ ਮਹਾਨ ਸੀ, ਕਿਉਂਕਿ ਉਹ ਆਪਣੇ ਖਾਸ ਮਾਹੌਲ, ਮੌਸਮ ਅਤੇ ਸਥਾਨਕ ਕੁਦਰਤੀ ਵਸੀਲਿਆਂ ਦੇ ਨਾਲ ਵਿਕਸਿਤ ਹੋਈ ਸੀ। ਆਦਿ ਮਨੁੱਖ ਤੋਂ ਲੋਕ ਬਣ ਗਏ। ਜੰਗਲਾਂ ਵਿੱਚ ਭਟਕਣ ਦੀ ਥਾਂ ਉਹ ਜੰਗਲਾਂ ਅਤੇ ਨਦੀਆਂ ਦੇ ਨਾਲ ਨਾਲ ਰਹਿਣ ਲੱਗ ਪਏ। ਛੋਟੇ ਛੋਟੇ ਸਮੂਹ ਬਸਤੀਆਂ ਵਿੱਚ ਰਹਿਣ ਲੱਗ ਪਏ। ਇਹ ਬਸਤੀਆਂ ਅੱਜ ਵਾਂਗ ਨੇੜੇ ਨੇੜੇ ਨਹੀਂ ਬਲਕਿ ਦੂਰ ਹੁੰਦੀਆਂ ਸਨ। ਆਉਣ ਜਾਣ ਦਾ ਸਾਧਨ ਜਾਂ ਪੈਦਲ ਅਤੇ ਜਾਂ ਗਧੇ ਦੀ ਸਵਾਰੀ ਹੁੰਦੀ ਸੀ। ਭਿੰਨ ਭਿੰਨ ਪੈਦਾਵਾਰਾਂ ਹੁੰਦੀਆਂ ਸਨ। ਬਸਤੀਆਂ ਦੇ ਵਿਚਾਲੇ ਜਿਹੇ ਇਕੱਠ ਹੁੰਦੇ ਸਨ, ਜਿੱਥੇ ਲੋਕ ਆਪੋ ਆਪਣੀ ਪੈਦਾਵਾਰ ਦਾ ਵੱਟਾ ਸੱਟਾ ਕਰਦੇ ਸਨ। ਧਾਤਾਂ, ਜਿਣਸ, ਡੰਗਰ ਵੱਛਾ ਆਦਿ ਹੱਥ ਵਟਾਉਂਦੇ ਸਨ। ਹਰ ਪੈਦਾ ਕਰਤਾ ਆਪ ਹੀ ਵਪਾਰੀ ਹੁੰਦਾ ਸੀ। ਗਿਣਤੀ ਵਿੱਚ ਵੀ ਤਾਂ ਥੋੜੇ ਹੀ ਸਨ। ਇਸ ਮੰਡੀ ਵਿੱਚ ਸਮਾਨ ਆਪੇ ਹੀ ਲਿਜਾਣਾ ਪੈਂਦਾ ਅਤੇ ਆਪੇ ਹੀ ਲਿਆਉਣਾ ਪੈਂਦਾ ਸੀ। ਮੁਸ਼ੱਕਤ ਹੌਲੀ ਕਰਨ ਲਈ ਮਾਹਰ ਪੈਦਾ ਹੋ ਗਏ, ਜੋ ਦੂਜਿਆਂ ਵਾਸਤੇ ਮੰਡੀ ਵਿੱਚ ਜਾਂਦੇ ਸਨ ਅਤੇ ਵੱਟੇ ਵਿੱਚ ਕੁਝ ਹਿੱਸਾ ਉਹਨਾਂ ਨੂੰ ਉਜਰਤ ਦੇ ਰੂਪ ਵਿੱਚ ਮਿਲ ਜਾਂਦਾ ਸੀ। ਆਦਿ ਮੰਡੀਆਂ ਛੋਟੇ ਛੋਟੇ ਇਲਾਕਿਆਂ ਅੰਦਰ ਜ਼ਿੰਦਗੀ ਨੂੰ ਸਰਲ ਬਣਾਉਂਦੀਆਂ ਸਨ। ਲੋਕਾਂ ਦਾ ਜਿਉਣ ਮਰਨ ਕੁਦਰਤ ਦੀਆਂ ਮਿਹਰਾਂ ਅਤੇ ਕਰੋਪੀਆਂ ਨਾਲ ਜੁੜਿਆ ਹੁੰਦਾ ਸੀ। ਭੜੋਲੀਆਂ ਵਿੱਚ ਦਾਣੇ ਅਤੇ ਵਿਹੜੇ ਵਿੱਚ ਡੰਗਰ ਹੀ ਜਾਇਦਾਦ ਹੁੰਦੇ ਸਨ। ਹੱਡ ਭੰਨਵੀਂ ਮਿਹਨਤ ਦੇ ਨਾਲ ਨਾਲ ਸੰਦਾਂ ਦੀਆਂ ਕਾਢਾਂ ਸ਼ੁਰੂ ਹੋ ਗਈਆਂ। ਬਹੁਤੇ ਲੋਕ ਤਾਂ ਇੱਕੋ ਜਿਹੇ ਹੁੰਦੇ ਸਨ, ਪਰ ਨਾ ਬਰਾਬਰੀਆਂ ਹੋਣੀਆਂ ਕੁਦਰਤੀ ਸਨ। ਸਥਾਨਕ ਹਾਲਤਾਂ ਇਕਸਾਰ ਨਾ ਹੋਣ ਕਾਰਨ ਇੱਕੋ ਜਿਹੇ ਪ੍ਰਫੁੱਲਤ ਨਹੀਂ ਸਨ ਹੁੰਦੇ। ਡੰਗਰ ਵੱਛੇ ਦੀ ਚੋਰੀ ਚਕਾਰੀ ਤਾਂ ਮੁੱਢ ਤੋਂ ਹੀ ਸੀ। ਰੱਖ ਰਖਾਲ ਲਈ ਚੌਂਕੀਦਾਰ, ਲੱਠਬਾਜ਼ ਪੈਦਾ ਹੋ ਗਏ। ਇਲਾਕਿਆਂ ਦੇ ਸਰਦਾਰ ਬਣ ਗਏ। ਉਹਨਾਂ ਦੇ ਉੱਪਰ ਰਾਜੇ ਮਹਾਰਾਜੇ ਆ ਗਏ। ਮੰਤਵ ਸੀ ਚੋਰਾਂ ਅਤੇ ਧਾੜਵੀਆਂ ਤੋਂ ਇਲਾਕੇ ਦੀ ਰੱਖਿਆ। ਜਿਹੜੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਸਨ, ਉਹ ਆਪ ਧਾੜਵੀ ਬਣ ਜਾਂਦੇ ਸਨ ਅਤੇ ਆਪਣੇ ਅਧੀਨ ਰਾਜ ਨੂੰ ਉੱਥੋਂ ਤੱਕ ਲੈ ਜਾਂਦੇ ਸਨ ਜਿੱਥੇ ਕੁਦਰਤ ਕੋਈ ਸਮੁੰਦਰੀ ਜਾਂ ਬਰਫਾਨੀ ਰੁਕਾਵਟ ਨਾਲ ਰੋਕ ਨਾ ਦੇਵੇ। ਧਰਤੀ ਬੇਅੰਤ ਸੀ, ਲੋਕ ਥੋੜੇ ਸਨ। ਉਹਨਾਂ ਦੀ ਜਾਇਦਾਦ ਹੁੰਦੀ ਸੀ ਵੱਡੇ ਪਰਿਵਾਰ ਅਤੇ ਕਾਮਾ ਸ਼ਕਤੀ। ਸਰਦਾਰ, ਰਾਜੇ ਮਹਾਰਾਜੇ ਇਹਨਾਂ ਵਿੱਚੋਂ ਹੀ ਆਪਣੇ ਸਿਪਾਹੀ ਭਰਤੀ ਕਰਦੇ ਸਨ। ਛੋਟੇ ਸਰਦਾਰਾਂ ਤੋਂ ਲੈ ਕੇ 5000 10,000 ਇਲਾਕਿਆਂ ਦੀ ਰੱਖਿਆ ਕਰਦੇ ਅਤੇ ਟੈਕਸ ਉਗਰਾਉਂਦੇ ਸਨ। ਥਾਂ ਥਾਂ ਉੱਤੇ ਅੰਨ ਭੰਡਾਰ ਬਣਾਏ ਗਏ ਤਾਂ ਜੋ ਔੜ ਦੇ ਸਮੇਂ ਕੰਮ ਆ ਸਕਣ। ਹਾਲਾਂ ਤੱਕ ਮੈਂ ਇੱਕ ਚੀਜ਼ ਦਾ ਨਾਮ ਨਹੀਂ ਲਿਆ ਜਿਸ ਨਾਲ ਕੁੱਲ ਦੇਸ਼ਾਂ ਅੰਦਰ ਹਕੂਮਤਾਂ ਚੱਲਦੀਆਂ ਹਨ ਅਤੇ ਇੱਕ ਦੂਜੇ ਨਾਲ ਖਹਿੰਦੀਆਂ ਖੜਕਦੀਆਂ ਹਨ। ਉਹ ਚੀਜ਼ ਦਾ ਨਾਮ ਹੈ ਨਕਦੀ ਜਾਂ ਸਿੱਕਾ। ਜੇ ਕਿਸੇ ਰਾਜੇ ਦਾ ਜ਼ਿਕਰ ਆਵੇ ਤਾਂ ਪੁੱਛਿਆ ਜਾਂਦਾ ਹੈ ਕਿ ਸਿੱਕਾ ਕਿਸ ਦਾ ਚੱਲਦਾ ਸੀ। ਸਿੱਕਾ ਇੱਕ ਮਹਾਂ ਬੁਨਿਆਦੀ ਚੀਜ਼ ਸੀ ਜੋ ਕਿਸੇ ਵੀ ਰਾਜ ਦੀ ਸ਼ਕਤੀ ਦਾ ਮਾਪ ਸੀ। ਗ੍ਰੰਥਾਂ ਅਤੇ ਆਮ ਬੋਲੀ ਵਿੱਚ ਮਾਇਆ ਸ਼ਬਦ ਖੁੱਲ੍ਹ ਕੇ ਵਰਤਿਆ ਜਾਂਦਾ ਹੈ, ਪਰ ਅਸਲ ਵਿੱਚ ਉਹ ਹੈ ਕੀ? ਸਿੱਕਾ ਮਾਇਕ ਸ਼ਕਤੀ ਦਾ ਇੱਕ ਮਾਪ ਹੈ। ਜਿੰਨੀ ਨਾਯਾਬ ਮਹਿੰਗੀ ਧਾਤ ਓਨੀ ਉੱਚੀ ਕੀਮਤ। ਸਭ ਤੋਂ ਉੱਪਰ ਸੋਨਾ, ਫਿਰ ਚਾਂਦੀ ਅਤੇ ਫਿਰ ਤਾਂਬਾ ਜਾਂ ਪਿੱਤਲ। ਸਿੱਕੇ ਸਰਕਾਰੀ ਟਕਸਾਲ ਅੰਦਰ ਬਣਦੇ ਹਨ ਅਤੇ ਸ਼ੁੱਧਤਾ ਦੀ ਗਾਰੰਟੀ ਦਿੰਦੇ ਹਨ। ਹੁਣ ਚੱਲੀਏ ਆਦਿ ਮੰਡੀਆਂ ਵੱਲ। ਜਿਣਸ ਦੇ ਬਦਲੇ ਕੋਈ ਹੋਰ ਜਿਣਸ, ਜਾਨਵਰ, ਕੱਪੜਾ ਜਾਂ ਭਾਂਡਾ ਹੱਥ ਬਦਲਦੇ ਹਨ। ਜੇ ਕਿਸੇ ਨੇ ਜਿਣਸ ਵੇਚਣੀ ਹੋਵੇ ਪਰ ਖਰੀਦਣਾ ਕੁਝ ਨਾ ਹੋਵੇ, ਅੱਜ ਤਾਂ ਇਸ ਦਾ ਜਵਾਬ ਸਭ ਜਾਣਦੇ ਹਨ।
ਚੈੱਕ ਲੈ ਲਵੋ, ਨੋਟ ਲੈ ਕੇ ਜੇਬ ਵਿੱਚ ਪਾ ਲਵੋ, ਪਰ ਉਹ ਇਹ ਨਹੀਂ ਜਾਣਦੇ ਕਿ ਇੱਕ 100 ਦੇ ਨੋਟ ਅੰਦਰ ਖਰੀਦ ਸ਼ਕਤੀ ਕਿੰਨੀ ਹੈ। 1960 ਵਿੱਚ 100 ਦੇ ਨੋਟ ਨਾਲ 1 ਤੋਲਾ ਸੋਨਾ ਆਉਂਦਾ ਸੀ। ਅੱਜ 100 ਦੇ ਨੋਟ ਨਾਲ ਸੁਨਿਆਰ ਦੀ ਦੁਕਾਨ ਉੱਤੇ ਨਹੀਂ ਚੜ੍ਹਿਆ ਜਾ ਸਕਦਾ। ਮੰਗਤੇ ਵੀ 1 ਜਾਂ 2 ਦੇ ਨੋਟ ਨੂੰ ਹੱਥ ਨਹੀਂ ਲਾਉਂਦੇ। ਹੁਣ ਤਾਂ ਕਲੇ ਹੀ ਮੁੱਕ ਗਈ ਹੈ। ਇਹ ਨੋਟ ਤਾਂ ਲੱਭਦੇ ਹੀ ਨਹੀਂ। ਸੋਨਾ ਇੱਕ ਅਜਿਹੀ ਵਸਤੂ ਹੈ ਜਿਸ ਦੀ ਖਰੀਦ ਸ਼ਕਤੀ ਅੰਦਰ ਕੋਈ ਬਦਲ ਨਹੀਂ ਆਉਂਦਾ। ਸੰਨ 1900 ਵਿੱਚ 10 ਰੁਪਇਆਂ ਦੇ ਨਾਲ ਇੱਕ ਟੱਬਰ ਦਾ ਮਹੀਨੇ ਦਾ ਖਰਚਾ ਚੱਲ ਜਾਂਦਾ ਸੀ, ਤੇ ਅੱਜ ਜਦੋਂ ਸੋਨੇ ਚਾਂਦੀ ਦੇ ਸਿੱਕੇ ਚੱਲਦੇ ਸਨ ਤਾਂ ਕੀਮਤਾਂ ਸਥਿਰ ਸਨ। ਉਹੀ ਸਿੱਕਾ, ਉਹੀ ਜਿਣਸ, ਉਹੀ ਹੋਰ ਸਭ ਕੁਝ। ਇੱਥੇ ਇੱਕ ਹੋਰ ਸਮੱਸਿਆ ਖੜੀ ਹੋ ਗਈ, ਸਿੱਕੇ ਚੋਰੀ ਹੋਣ ਦਾ ਡਰ। ਲੋਕਾਂ ਨੇ ਸਿੱਕਿਆਂ ਨੂੰ ਘੜੇ 'ਚ ਪਾ ਕੇ ਧਰਤੀ ਹੇਠ ਦੱਬ ਦੇਣਾ। ਇਹ ਘੜੇ ਕੁੱਲ ਦੁਨੀਆ ਵਿੱਚ ਅਜੇ ਵੀ ਲੱਭੇ ਜਾ ਰਹੇ ਹਨ। ਰਾਜੇ ਨੇ ਤਾਂ ਆਪਣੇ ਸੋਨਾ ਭੰਡਾਰ, ਸਿੱਕਿਆਂ ਆਦਿ ਉੱਤੇ ਪਹਿਰਾ ਲਾ ਦਿਆ। ਹਕੂਮਤ ਚਲਾਉਣ ਲਈ ਉਸ ਨੂੰ ਸਦਾ ਖਜ਼ਾਨੇ ਦੀ ਲੋੜ ਸੀ। ਫੌਜਾਂ ਅਤੇ ਅਹਿਲਕਾਰਾਂ ਦੀਆਂ ਤਨਖਾਹਾਂ ਅਤੇ ਹੋਰ ਬੇਅੰਤ ਖਰਚੇ। ਇਸ ਤੋਂ ਇਲਾਵਾ ਕੇਂਦਰੀ ਜਾਂ ਵਿਦੇਸ਼ੀ ਸਰਕਾਰਾਂ ਦੀ ਜਬਰੀ ਵਸੂਲੀ। ਸਿੱਕਾ ਇੱਕ ਹੀ ਚੱਲਦਾ ਸੀ, ਸੋਨੇ ਦਾ। ਵੱਖ-ਵੱਖ ਸਮਿਆਂ ਉੱਤੇ ਕੁੱਲ ਦੁਨੀਆ ਅੰਦਰ ਸੋਨਾ ਚਾਂਦੀ ਸਮੇਟਣ ਅਤੇ ਬਚਾਉਣ ਦੇ ਢੰਗ ਲੱਭੇ ਗਏ। ਭਾਰਤ ਅੰਦਰ ਹੁੰਡੀ ਦੀ ਵਰਤੋਂ ਕਈ ਸਦੀਆਂ ਤੋਂ ਚੱਲ ਰਹੀ ਹੈ, ਪਰ ਇਸ ਦੇ ਸਹੀ ਇਤਿਹਾਸ ਦੀ ਖੋਜ ਨਹੀਂ ਹੋਈ। ਚੀਨ ਅੰਦਰ ਨਗਦੀ ਦੀ ਸ਼ਕਤੀ ਵਾਲੇ ਨੋਟ ਸੰਨ 1960 ਵਿੱਚ ਛਪਣੇ ਸ਼ੁਰੂ ਹੋਏ। ਯੂਰਪ ਵਿੱਚ ਸਵੀਡਨ ਅੰਦਰ 1860 ਵਿੱਚ ਪਹਿਲੀ ਵਾਰ ਕਾਗਜ਼ੀ ਨੋਟ ਛਾਪੇ ਗਏ। ਅੱਜ ਕੁੱਲ ਦੁਨੀਆ ਵਿੱਚ ਸਰਮਾਇਆ ਕਾਗਜ਼ੀ ਨੋਟਾਂ ਦੀ ਸ਼ਕਲ ਵਿੱਚ ਹੈ। ਕ੍ਰੈਡਿਟ ਕਾਰਡ, ਪਲਾਸਟਿਕ ਮਨੀ ਨੇ ਤਾਂ ਕਾਗਜ਼ੀ ਨੋਟਾਂ ਦੀ ਲੋੜ ਵੀ ਮੁਕਾ ਦਿੱਤੀ ਹੈ। ਸੋਨੇ ਚਾਂਦੀ ਦੇ ਸਿੱਕੇ ਵੇਖਣ ਨੂੰ ਵੀ ਨਹੀਂ ਮਿਲਦੇ। 1947 ਦੀ ਦੇਸ਼ ਵੰਡ ਦੇ ਚਾਂਦੀ ਦੇ ਸਿੱਕੇ ਦੀ ਕੀਮਤ ਅੱਜ 300 ਰੁਪਏ ਤੋਂ ਵੱਧ ਹੈ। ਯੂਰਪ ਵਿੱਚ ਕੀਮਤੀ ਮਾਲ ਸੰਭਾਲਣ ਲਈ ਇੱਕ ਹੋਰ ਢੰਗ ਚਾਲੂ ਹੋਇਆ। ਉਹ ਸੀ ਭਰੋਸੇਯੋਗ ਬੈਂਕਰਾਂ ਦੇ ਕੋਲ ਜਮ੍ਹਾਂ ਕਰਵਾਉਣਾ। 1779 ਵਿੱਚ ਮੋਢੀ ਸ਼ਾਹੂਕਾਰ ਬੈਂਕ ਸੀ ਰੌਥਚਾਈਲਡ, ਜੋ ਹੁਸ਼ਿਆਰੀ, ਮਕਾਰੀ ਅਤੇ ਰਿਸ਼ਵਤਾਂ ਰਾਹੀਂ ਦੇਸ਼ਾਂ ਦੇ ਫੌਜੀ ਜਰਨੈਲਾਂ ਅਤੇ ਬਾਦਸ਼ਾਹਾਂ ਤੱਕ ਪਹੁੰਚ ਗਿਆ। ਯੂਰਪ ਦੇ ਕਈ ਦੇਸ਼ਾਂ ਅੰਦਰ ਬੈਂਕ ਕਾਇਮ ਹੋ ਗਏ। ਉਸਨੇ ਸੂਦ ਉੱਤੇ ਸਰਕਾਰਾਂ ਅਤੇ ਸਾਮਰਾਜਾਂ ਨੂੰ ਕਰਜ਼ਾ ਦੇਣਾ ਸ਼ੁਰੂ ਕੀਤਾ, ਤਾਂ ਜੋ ਜੰਗੀ ਮੁਹਿੰਮਾਂ ਚੜਾ ਕੇ ਹੋਰ ਮਾਲਦਾਰ ਹੋ ਜਾਣ ਅਤੇ ਆਪਣੇ ਮੁਨਾਫੇ ਅੰਦਰੋਂ ਉਸ ਨੂੰ ਸੂਦ ਸਮੇਤ ਮਾਲ ਵਾਪਸ ਕਰ ਦੇਣ। ਕਰਜ਼ੇ ਦੀ ਰਜ਼ਾਮੰਦੀ ਅੰਦਰ ਇੱਕ ਮੱਦ ਇਹ ਵੀ ਹੁੰਦੀ ਸੀ ਕਿ ਹਾਰੀ ਹੋਈ ਧਿਰ ਦੇ ਕਰਜ਼ਿਆਂ ਦੀ ਅਦਾਇਗੀ ਵੀ ਜੇਤੂ ਨੂੰ ਕਰਨੀ ਪਵੇਗੀ। ਯਾਦ ਰਹੇ, ਉਹਨਾਂ ਵਕਤਾਂ ਵਿੱਚ ਫੌਜਾਂ ਨੂੰ ਤਨਖਾਹ ਦਾ ਭੁਗਤਾਨ ਸੋਨੇ ਚਾਂਦੀ ਦੇ ਸਿੱਕਿਆਂ ਵਿੱਚ ਕੀਤਾ ਜਾਂਦਾ ਸੀ। ਯੂਰਪ ਅੰਦਰ ਸਨਅਤੀ ਇਨਕਲਾਬ ਨੇ ਸ਼ਾਹੂਕਾਰਾਂ ਨੂੰ ਬਹੁਤ ਉੱਚਾ ਚੁੱਕਿਆ। ਅੱਜ ਵਾਂਗ ਅਯਾਸ਼ੀ ਦੇ ਸਮਾਨ ਨਹੀਂ ਸਨ। ਕੇਵਲ ਉੱਚੇ ਸ਼ਕਤੀਵਰ ਲੋਕ ਹੀ ਕੀਮਤੀ ਗਹਿਣਿਆਂ ਅਤੇ ਰਹਿائشਗਾਹਾਂ ਵੱਲ ਧਿਆਨ ਦਿੰਦੇ ਸਨ। ਇਨ੍ਹਾਂ ਸੈਂਕੜੇ ਹਜ਼ਾਰਾਂ ਅਦਭੁਤ ਮਹੱਲਾਂ ਨੂੰ ਵੇਖ ਕੇ ਅੱਜ ਦਾ ਇਨਸਾਨ ਦੰਗ ਰਹਿ ਜਾਂਦਾ ਹੈ। ਇਹ ਵੱਡੇ ਲੋਕ ਪੈਦਾ ਹੋਏ ਜੰਗੀ ਮੁਹਿੰਮਾਂ ਦੇ ਨਾਲ, ਜਿਨ੍ਹਾਂ ਦੀ ਪਿੱਠ ਪਿੱਛੇ ਸੀ ਬੈਂਕਰਾਂ ਦਾ ਬਾਦਸ਼ਾਹ ਰੌਥਚਾਈਲਡ। ਦੁਨੀਆ ਦੀਆਂ ਹੁਣ ਤੱਕ ਦੀਆਂ ਕੁੱਲ ਜੰਗਾਂ ਦੇ ਪਿੱਛੇ ਰਹੇ ਹਨ ਇਹ ਨਿੱਜੀ ਬੈਂਕ। ਖੂਬੀ ਇਹ ਹੈ ਕਿ ਵਿਖਾਈ ਨਹੀਂ ਦਿੰਦੇ। ਕੋਈ 1 ਦਰਜਨ ਪੁਰਾਣੇ ਬੈਂਕਰ ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀ ਉੱਤੇ ਛਾਏ ਹੋਏ ਹਨ। ਯੂਰਪ ਤਾਂ ਸ਼ੁਰੂ ਤੋਂ ਹੀ ਇਹਨਾਂ ਦੀ ਮੁੱਠੀ ਵਿੱਚ ਸੀ। 1913 ਵਿੱਚ ਅਮਰੀਕਾ ਉੱਤੇ ਵੀ ਕਾਬਜ਼ ਹੋ ਗਏ। ਨਿੱਜੀ ਬੈਂਕਰਾਂ ਨੇ ਪ੍ਰਧਾਨ ਵੂਡਰ ਵਿਲਸਨ ਦੀ ਪ੍ਰਧਾਨਗੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਮਾਇਕ ਹਿੱਸਾ ਪਾਇਆ। ਜਿਸ ਸਦਕਾ ਉਸ ਦੀ ਜਿੱਤ ਹੋਈ, ਉਸ ਨੇ ਬੈਂਕਰਾਂ ਦੇ ਪੁਚਲਾਵੇ ਵਿੱਚ ਆ ਕੇ 1913 ਵਿੱਚ ਕੁੱਲ ਰਾਸ਼ਟਰੀ ਬੈਂਕ ਉਹਨਾਂ ਦੇ ਹਵਾਲੇ ਕਰ ਦਿੱਤੇ। 12 ਬੈਂਕਰਾਂ ਨੇ ਬਣਾਇਆ ਫੈਡਰਲ ਰਿਜ਼ਰਵ, ਜੋ ਵੇਖਣ ਸੁਣਨ ਨੂੰ ਜਾਪਦਾ ਹੈ ਕਿ ਸਰਕਾਰੀ ਹੋਵੇ ਜਾਂ ਸਰਕਾਰ ਅਧੀਨ ਹੋਵੇ, ਪਰ ਅਸਲ ਵਿੱਚ ਹੈ ਪੂਰਨ ਰੂਪ ਵਿੱਚ ਨਿੱਜੀ। ਇਹ ਬੈਂਕ ਕੀ ਕਰਦੇ ਹਨ? ਅਮਰੀਕਨ ਟਕਸਾਲਾਂ ਅੰਦਰ ਛਾਪੇ ਗਏ ਡਾਲਰ, ਕਾਗਜ਼ ਅਤੇ ਛਪਾਈ ਦੇ ਲੱਗੇ ਭਾਅ ਖਰੀਦ ਲੈਂਦੇ ਹਨ ਅਤੇ ਅੱਗੋਂ ਆਪਣੇ ਮੈਂਬਰ ਬੈਂਕਾਂ ਦੇ ਰਾਹੀਂ ਸੂਦ ਉੱਤੇ ਚਾੜ੍ਹਦੇ ਹਨ। ਅਮਰੀਕੀ ਸਰਕਾਰ ਵੀ ਇਹਨਾਂ ਤੋਂ ਸੂਦ ਉੱਤੇ ਨਗਦੀ ਹਾਸਲ ਕਰਦੀ ਹੈ।
ਭਾਵ ਇਹ ਕਿ ਅਮਰੀਕਾ ਦੇ ਅੰਦਰ ਪ੍ਰਵੇਸ਼ ਕਰਦਾ ਹਰ ਨਵਾਂ ਡਾਲਰ ਕਰਜ਼ੇ ਦੇ ਉੱਤੇ ਆਉਂਦਾ ਹੈ। ਦੁਨੀਆ ਦੇ ਅੰਦਰ ਬੇਅੰਤ ਜੰਗੀ ਮੁਹਿੰਮਾਂ ਵਿੱਚ ਲਏ ਅਤੇ ਖਰਚੇ ਜਾ ਰਹੇ ਡਾਲਰਾਂ ਦੇ ਕਾਰਨ ਅੱਜ ਦੇ ਦਿਨ ਹਰ ਨਵੇਂ ਅਮਰੀਕਨ ਜਨਮੇ ਬੱਚੇ ਦੇ ਉੱਪਰ ਬੇਅੰਤ ਡਾਲਰਾਂ ਦਾ ਕਰਜ਼ਾ ਹੈ, ਜੋ ਸਰਕਾਰ ਨੇ ਨਿੱਜੀ ਫੈਡਰਲ ਰਿਜ਼ਰਵ ਨੂੰ ਵਾਪਸ ਕਰਨਾ ਹੈ। ਇਸ ਸਮੇਂ ਅਮਰੀਕੀ ਸਰਕਾਰ ਉੱਤੇ 12 ਟ੍ਰਿਲੀਅਨ ਤੋਂ ਵੱਧ ਦਾ ਕਰਜ਼ਾ ਹੈ, ਜੋ ਅਕਾਰਨ ਅਨੇਕ ਥਾਵਾਂ ਉੱਤੇ ਜਾਰੀ ਜੰਗਾਂ ਸਦਕਾ ਨਿਤ ਵੱਧਦਾ ਹੀ ਜਾਂਦਾ ਹੈ। ਅਮਰੀਕਨ ਬੈਂਕਾਂ ਦੇ ਨਿੱਜੀਕਰਨ ਤੋਂ ਕਈ ਚਿਰ ਪਿੱਛੋਂ ਪ੍ਰਧਾਨ ਵਿਲਸਨ ਨੇ ਆਪਣਾ ਪਛਤਾਵਾ ਇੰਜ ਪ੍ਰਗਟ ਕੀਤਾ, ਮੈਨੂੰ ਘੋਰ ਉਦਾਸੀ ਹੈ, ਮੈਂ ਬੇਸਮਝੀ ਵਿੱਚ ਆਪਣਾ ਦੇਸ਼ ਉਜਾੜ ਦਿੱਤਾ ਹੈ। ਸਾਡਾ ਮਹਾਨ ਸਨਅਤੀ ਦੇਸ਼ ਕਰਜ਼ੇ ਦੀ ਜਕੜ ਹੇਠ ਹੈ। ਕਰਜ਼ਾ ਪ੍ਰਣਾਲੀ ਕੁਝ ਕੁ ਲੋਕਾਂ ਦੇ ਹੱਥ ਵਿੱਚ ਆ ਗਈ ਹੈ। ਇਸ ਲਈ ਸਾਡੇ ਦੇਸ਼ ਦੀਆਂ ਕੁੱਲ ਗਤੀਵਿਧੀਆਂ ਉਹਨਾਂ ਦੇ ਹੱਥ ਚਲੀਆਂ ਗਈਆਂ ਹਨ। ਸਭਿਆ ਦੇਸ਼ਾਂ ਦੇ ਅੰਦਰ ਸਾਡਾ ਰਾਜ ਸਭ ਤੋਂ ਵਧੀਆ ਹੈ, ਜਿਸ ਉੱਤੇ ਬਾਹਰਲੀ ਸ਼ਕਤੀ ਦਾ ਗਲਬਾ ਪੈ ਗਿਆ ਹੈ। ਇਹ ਸਰਕਾਰ ਹੁਣ ਲੋਕਾਂ ਦੀ ਬਹੁ ਗਿਣਤੀ ਨਾਲ ਚੁਣੀ ਕਿਸੇ ਵਿਸ਼ਵਾਸ ਵਾਲੀ ਨਹੀਂ, ਬਲਕਿ ਉਹਨਾਂ ਕੁਝ ਕੁ ਹੱਥਾਂ ਵਿੱਚ ਹੈ ਜਿਨ੍ਹਾਂ ਦੀ ਪੂਰੀ ਧੌਂਸ ਹੈ। ਵਿਲਸਨ ਨੇ ਜੋ ਉਦੋਂ ਕਿਹਾ ਉਹ ਅੱਜ ਵੀ ਸੱਚ ਹੈ। ਫੈਡਰਲ ਰਿਜ਼ਰਵ ਪ੍ਰਾਈਵੇਟ ਅਦਾਰੇ ਦੇ ਕਰਜ਼ੇ ਵਾਪਸ ਕਰਨ ਖਾਤਰ 1933 ਵਿੱਚ ਅਮਰੀਕੀ ਪ੍ਰਧਾਨ ਦੇ ਹੁਕਮ ਨਾਲ ਅਮਰੀਕਨ ਸ਼ਹਿਰੀਆਂ ਦਾ ਕੁੱਲ ਸੋਨਾ ਕੁਰਕ ਕਰ ਲਿਆ ਗਿਆ। ਅੱਜ ਤੋਂ ਕਈ ਸਾਲ ਪਹਿਲਾਂ ਤੋਂ ਵੀ ਬੈਂਕਾਂ ਨੂੰ ਹਦਾਇਤਾਂ ਗਈਆਂ ਹੋਈਆਂ ਹਨ ਕਿ ਇਸ਼ਾਰਾ ਮਿਲਣ ਉੱਤੇ ਬੈਂਕਾਂ ਦੇ ਲਾਕਰ ਖੋਲ੍ਹਣ ਨਹੀਂ ਦਿੱਤੇ ਜਾਣਗੇ। ਲੋਕਾਂ ਦੀ ਪਲੀ ਪਲੀ ਜੋੜੀ ਦੌਲਤ ਅਣਚੁਣੇ ਨਿੱਜੀ ਬੈਂਕਰਾਂ ਦੀ ਝੋਲੀ ਵਿੱਚ ਪਾ ਦਿੱਤੀ ਗਈ। ਪ੍ਰਧਾਨ ਜੈਫਰਸਨ 1861 ਤੋਂ 1865 ਨੇ ਜਿੰਨਾ ਚਿਰ ਪਹਿਲਾਂ ਚੇਤਾਵਨੀ ਦਿੱਤੀ ਹੋਈ ਸੀ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਨਿੱਜੀ ਅਦਾਰਿਆਂ ਦੇ ਹੱਥ ਵਿੱਚ ਨਗਦੀ ਬਣਾਉਣ ਅਤੇ ਤੋੜਨ ਦੀ ਸ਼ਕਤੀ ਸਾਡੀ ਆਜ਼ਾਦੀ ਲਈ ਵੱਡੀਆਂ ਫੌਜਾਂ ਤੋਂ ਵੱਧ ਖਤਰਨਾਕ ਹੈ। ਕਾਗਜ਼ੀ ਨਗਦੀ ਗੁਰਬਤ ਹੈ। ਇਹ ਦੌਲਤ ਦਾ ਇੱਕ ਪਰਛਾਵਾਂ ਹੈ, ਅਸਲੀ ਦੌਲਤ ਨਹੀਂ। ਜਦੋਂ ਮੈਂ ਇੱਕ ਚੈੱਕ ਕੱਟਦਾ ਤਾਂ ਮੇਰੇ ਖਾਤੇ ਵਿੱਚ ਪੈਸਾ ਹੋਣਾ ਚਾਹੀਦਾ ਹੈ, ਪਰ ਜਦੋਂ ਪ੍ਰਾਈਵੇਟ ਬੈਂਕ ਚੈੱਕ ਕੱਟਦਾ ਹੈ ਤਾਂ ਉਸ ਦਾ ਬੈਂਕ ਦੇ ਅੰਦਰ ਖਾਤੇ ਦਾ ਭਰਿਆ ਹੋਣਾ ਲਾਜ਼ਮੀ ਨਹੀਂ। ਪ੍ਰਾਈਵੇਟ ਬੈਂਕ ਚੈੱਕ ਕੱਟ ਕੇ ਦੌਲਤ ਪੈਦਾ ਕਰ ਦਿੰਦਾ ਹੈ। ਸਭ ਕੁਝ ਜਾਣਦਿਆਂ ਬੁੱਝਦਿਆਂ ਅੱਜ ਫੈਡਰਲ ਰਿਜ਼ਰਵ ਦਾ ਭੋਗ ਕਿਉਂ ਨਹੀਂ ਪਾ ਦਿੱਤਾ ਜਾਂਦਾ। ਰੌਥ ਚਾਈਲਡ ਭਰਾਵਾਂ ਨੇ 1863 ਵਿੱਚ ਇੰਗਲੈਂਡ ਵਿਖੇ ਇਸ ਦਾ ਜਵਾਬ ਇੰਜ ਦਿੱਤਾ, ਜਿਹੜੇ ਵੀ ਥੋੜੇ ਜਿਹੇ ਲੋਕ ਇਸ ਪ੍ਰਣਾਲੀ ਨੂੰ ਸਮਝ ਲੈਣਗੇ, ਉਹਨਾਂ ਦੀ ਰੁਚੀ ਹੋਵੇਗੀ ਕਿ ਇਸ ਵਿੱਚੋਂ ਲਾਭ ਉਠਾ ਲਿਆ ਜਾਵੇ, ਜਾਂ ਫਿਰ ਇਸ ਦੀਆਂ ਬਖਸ਼ਿਸ਼ਾਂ ਦੇ ਭਾਰ ਹੇਠਾਂ ਇੰਨੇ ਨੱਪੇ ਜਾਣਗੇ ਕਿ ਉਹ ਵਿਰੋਧ ਨਹੀਂ ਕਰਨਗੇ। ਅੱਜ ਦੇ ਕੁੱਲ ਅਮਰੀਕੀ ਸਿਆਸਤਦਾਨ ਕੁਝ ਟਾਵੇਂ ਛੱਡ ਕੇ ਬੈਂਕਰਾਂ ਦੀ ਜੇਬ ਅੰਦਰ ਹਨ, ਭਾਵੇਂ ਉਹ ਕਿਸੇ ਵੀ ਪਾਰਟੀ ਅਤੇ ਕਿਸੇ ਵੀ ਅਹੁਦੇ ਉੱਤੇ ਕਿਉਂ ਨਾ ਹੋਣ। ਸਮੱਸਿਆ ਇਹ ਹੈ ਕਿ ਫੈਡਰਲ ਰਿਜ਼ਰਵ ਦਾ ਇਹ ਜ਼ਰੂਰੀ ਵਿਸ਼ਾ ਸਕੂਲਾਂ ਕਾਲਜਾਂ ਅੰਦਰ ਪੜ੍ਹਾਇਆ ਨਹੀਂ ਜਾਂਦਾ। ਬੈਂਕਰਾਂ ਦਾ ਰਾਜ ਤਾਂ ਅਗਿਆਨ ਦੇ ਵਾਤਾਵਰਣ ਅੰਦਰ ਹੀ ਪੱਲਰਦਾ ਹੈ। ਸਾਡੇ ਵਧੇਰੇ ਵਿੱਤੀ ਗਿਆਨ ਦੇ ਮਾਹਰਾਂ ਅਤੇ ਬੈਂਕਾਂ ਅੰਦਰਲੇ ਅਫਸਰਾਂ ਨੇ ਕਦੇ ਫੈਡਰਲ ਰਿਜ਼ਰਵ ਦਾ ਨਾਮ ਹੀ ਨਹੀਂ ਸੁਣਿਆ ਹੁੰਦਾ। ਮੈਂ ਬੜੀ ਵਾਰ ਪਰਤਾ ਕੇ ਵੇਖਿਆ ਹੈ। ਗੱਲ ਬੜੀ ਸਿੱਧੀ ਹੈ ਜੇ ਅਸੀਂ ਆਪਣੇ ਉੱਤੇ ਜੋੜ ਕੇ ਵੇਖੀਏ। ਅੱਜ ਦੇ ਭਾਰਤ ਅੰਦਰ ਕੁੱਲ ਨਗਦੀ ਦੇ ਨੋਟ ਸਰਕਾਰ ਅਧੀਨ ਖਜ਼ਾਨੇ ਅੰਦਰ ਛਾਪਦੇ ਹਨ। ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿ ਕਿੰਨੇ ਨਵੇਂ ਨੋਟ ਛਾਪ ਕੇ ਦੇਸ਼ ਦੇ ਅੰਦਰ ਖਿਲਾਰੇ ਜਾਣ। ਬਾਜ਼ਾਰ ਅੰਦਰ ਵੱਧਦੇ ਭਾਅ ਦਾ ਨੋਟਾਂ ਦੇ ਪਸਾਰ ਖਿਲਾਰ ਨਾਲ ਸਿੱਧਾ ਸੰਬੰਧ ਹੈ। ਜਿੰਨਾ ਸਿੱਕੇ ਦਾ ਫੈਲਾਅ ਵਧੇਗਾ, ਉਨਾ ਹੀ ਕੁੱਲ ਚੀਜ਼ਾਂ ਦਾ ਭਾਅ ਵਧੇਗਾ। ਚੀਜ਼ਾਂ ਤਾਂ ਉਹੀ ਰਹਿਣਗੀਆਂ, ਕੇਵਲ ਮੰਡੀ ਦੇ ਅੰਦਰ ਪੈਸਾ ਵੱਧ ਜਾਂਦਾ ਹੈ ਅਤੇ ਇੰਜ ਪੈਸੇ ਦੀ ਖਰੀਦ ਸ਼ਕਤੀ ਘਟ ਜਾਂਦੀ ਹੈ। ਆਏ ਦਿਨ ਵੱਧਦੀ ਮਹਿੰਗਾਈ ਦੇ ਖਿਲਾਫ ਜਲਸੇ ਜਲੂਸ ਕੱਢੇ ਜਾਂਦੇ ਹਨ। ਨਵੀਂ ਇਲੈਕਸ਼ਨ ਵਿੱਚ ਪਹਿਲੀ ਪਾਰਟੀ ਨੂੰ ਕੀਮਤਾਂ ਵਧਾਉਣ ਦੇ ਦੋਸ਼ ਵਿੱਚ ਲਾ ਕੇ ਦੂਜੀ ਪਾਰਟੀ ਦੇ ਹੱਥ ਕਮਾਨ ਦਿੱਤੀ ਜਾਂਦੀ ਹੈ। ਕੀ ਉਹ ਕੁਝ ਕਰਦੀ ਹੈ? ਉਹ ਕੁਝ ਨਹੀਂ ਕਰ ਸਕਦੀ, ਕਿਉਂਕਿ ਨੋਟਾਂ ਦੀ ਭਰਮਾਰ ਤਾਂ ਕੇਂਦਰ ਵੱਲੋਂ ਆਉਂਦੀ ਹੈ। ਇਹ ਸਿਲਸਿਲਾ ਜਿਹੋ ਜਿਹਾ ਵੀ ਹੈ, ਮਾੜਾ ਹੈ ਚੰਗਾ ਹੈ, ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਸਰਕਾਰ ਦੇ ਹੱਥਾਂ ਵਿੱਚ ਹੈ ਹੀ ਨਾ। ਫਰਜ਼ ਕਰੋ ਜਿਵੇਂ ਅੱਜ ਅਮਰੀਕਾ ਦੇ ਅੰਦਰ ਇੱਥੇ ਵੀ ਇੱਕ ਪ੍ਰਾਈਵੇਟ ਬੈਂਕ ਆ ਜਾਵੇ
ਜਿਸ ਦਾ ਨਾਮ ਹੋਵੇ ਭਾਰਤੀ ਰਿਜ਼ਰਵ ਬੈਂਕ। ਕਰੰਸੀ ਨੋਟਾਂ ਦੀ ਕੁੱਲ ਛਪਾਈ ਅਤੇ ਸਪਲਾਈ ਇਹੀ ਬੈਂਕ ਕਰਦਾ ਹੋਵੇ। ਅਮਰੀਕਾ ਵਾਂਗ ਭਾਰਤ ਦੀ ਸਰਕਾਰ ਵੀ ਇਸ ਬੈਂਕ ਕੋਲੋਂ ਸੂਦ ਉੱਤੇ ਕਰਜ਼ਾ ਲੈ ਕੇ ਦੇਸ਼ ਨੂੰ ਚਲਾਵੇ ਤਾਂ ਕਿਵੇਂ ਲੱਗੇਗਾ। ਇਸ ਤੋਂ ਉੱਪਰ ਜਾਵੋ, ਜੇ ਇਸ ਭਾਰਤੀ ਰਿਜ਼ਰਵ ਬੈਂਕ ਉੱਤੇ ਜਿਵੇਂ ਅਮਰੀਕਾ ਅੰਦਰ ਹੈ ਪਾਰਲੀਮੈਂਟ ਜਾਂ ਸਰਕਾਰ ਦਾ ਕੋਈ ਵੀ ਕੰਟਰੋਲ ਨਾ ਹੋਵੇ, ਤਾਂ ਜੇ ਇਹ ਨਿੱਜੀ ਰਿਜ਼ਰਵ ਬੈਂਕ ਦੂਜਿਆਂ ਦੇਸ਼ਾਂ ਅੰਦਰਲੇ ਬੈਂਕਾਂ ਨਾਲ ਕਰੰਸੀ ਦਾ ਵਪਾਰ ਕਰਦਾ ਹੋਵੇ, ਜੇ ਇਹੀ ਰਿਜ਼ਰਵ ਬੈਂਕ ਦੂਜੇ ਦੇਸ਼ਾਂ ਇੱਥੋਂ ਤੱਕ ਕਿ ਵਿਰੋਧੀ ਦੇਸ਼ਾਂ ਨੂੰ ਵੀ ਕਰੰਸੀ ਕਰਜ਼ੇ ਉੱਤੇ ਦਿੰਦਾ ਹੋਵੇ, ਤਾਂ ਅਮਰੀਕਾ ਅੰਦਰ ਇਹੋ ਸਭ ਕੁਝ ਹੋ ਰਿਹਾ। ਕੁੱਲ ਸਿਆਸੀ ਨੇਤਾਵਾਂ ਦਾ ਪੈਸੇ ਨਾਲ ਕਾਣੇ ਹੋਣ ਕਰਕੇ ਫੈਡਰਲ ਰਿਜ਼ਰਵ ਦਾ ਕਰੰਸੀ ਉੱਤੇ ਰਾਜ ਹੈ। ਬੇਅੰਤ ਜਾਣਕਾਰ ਅਮਰੀਕੀ ਲੋਕ ਰੌਲਾ ਪਾਉਂਦੇ ਹਨ ਅਤੇ ਮਜਬੂਰੀ ਅੰਦਰ ਦੰਦ ਪੀਂਦੇ ਹਨ। ਪਾਰਟੀਆਂ ਇੱਕ ਸੋਚੀ ਸਮਝੀ ਸਕੀਮ ਅੰਦਰ ਕੇਵਲ ਦੋ ਹੀ ਰੱਖੀਆਂ ਗਈਆਂ ਹਨ, ਦੋਵੇਂ ਬੈਂਕਰਾਂ ਦੀ ਜੇਬ ਵਿੱਚ ਹਨ। ਪ੍ਰਧਾਨ ਕਿਸੇ ਵੀ ਪਾਰਟੀ ਦਾ ਹੋਵੇ, ਨੀਤੀ ਬੈਂਕਰਾਂ ਦੀ ਚੱਲੇਗੀ। ਹਰ ਪ੍ਰਧਾਨ ਜੰਗ ਦਾ ਏਜੰਡਾ ਵਧਾਵੇਗਾ, ਫੌਜੀ ਕਾਰਵਾਈਆਂ ਲਈ ਹੋਰ ਕਰਜ਼ੇ ਲਵੇਗਾ ਅਤੇ ਸਰਕਾਰ ਲੋਕਾਂ ਤੇ ਟੈਕਸ ਲਗਾ ਕੇ ਕਰਜ਼ੇ ਦੇ ਸੂਦ ਤਾਰੇਗੀ। ਯਾਦ ਰਹੇ, ਕੁੱਲ ਬੈਂਕਰ ਅਕਸ਼ਨਾਜ਼ੀ ਯਹੂਦੀ ਹਨ, ਜਿਨ੍ਹਾਂ ਦਾ ਨਾੜੂ ਇਜ਼ਰਾਈਲ ਦੇਸ਼ ਨਾਲ ਜੁੜਿਆ ਹੋਇਆ। ਕੋਈ ਸਮਾਂ ਸੀ ਜਦੋਂ ਅਮਰੀਕਨ ਸਰਮਾਏਦਾਰੀ ਦੀ ਲਗਾਤਾਰ ਚੜ੍ਹਤ ਨਾਲ ਲੋਕ ਮਾਲਾ ਮਾਲ ਸਨ। ਬਾਹਰੀ ਅਮਰੀਕਨ ਫੌਜੀ ਮੁਹਿੰਮਾਂ, ਜਿੱਤਾਂ ਅਤੇ ਲੁੱਟਾਂ ਬਾਰੇ ਲੋਕ ਘੱਟ ਸੋਚਦੇ ਹਨ, ਕਿਉਂਕਿ ਖੁਸ਼ਹਾਲੀ ਵੱਧਦੀ ਜਾਪਦੀ ਹੁੰਦੀ ਸੀ। ਕੁੱਲ ਮੀਡੀਆ ਪ੍ਰਸਾਰ ਅਮਰੀਕਨ ਸੱਭਿਆਚਾਰ ਅਤੇ ਸਮਾਜ ਫੌਜੀ ਮੁਹਿੰਮਾਂ ਦੀਆਂ ਵਧੀਆਂ ਰਿਪੋਰਟਾਂ ਦੇ ਨਾਲ ਦਿਲ ਪਰਚਾਵਾ ਕਰਦਾ ਸੀ। ਹੁਣ ਹਾਲਾਤ ਬਦਲ ਗਏ ਹਨ। ਅਮਰੀਕਨ ਲੋਕ ਟੈਕਸਾਂ ਦੇ ਨਾਲ ਪੁੱਟੇ ਗਏ ਹਨ। ਬੇਰੁਜ਼ਗਾਰੀ ਸਿਖਰਾਂ ਤੇ ਹੈ ਅਤੇ ਵਧਦੀ ਜਾ ਰਹੀ ਹੈ। ਮੋਟੇ ਤੌਰ ਤੇ ਹਰ ਪੰਜਵਾਂ ਕੰਮ ਲੱਭਣ ਵਾਲਾ ਬੇਰੁਜ਼ਗਾਰ ਹੈ। ਫੈਡਰਲ ਰਿਜ਼ਰਵ ਦਾ ਕਰਜ਼ਾ ਇੰਨਾ ਵੱਧ ਗਿਆ ਹੈ ਕਿ ਸੂਦ ਦੀ ਅਦਾਇਗੀ ਕਰਨੀ ਵੀ ਔਖੀ ਹੋ ਰਹੀ ਹੈ। ਯਾਦ ਰਹੇ, ਅਮਰੀਕਾ ਦਾ ਫੈਡਰਲ ਰਿਜ਼ਰਵ ਅਮਰੀਕਨ ਲੋਕਾਂ ਭਾਵ ਸਰਕਾਰ ਦਾ ਨਹੀਂ ਹੈ, ਬਲਕਿ ਬੈਂਕਰਾਂ ਦਾ ਇੱਕ ਨਿੱਜੀ ਅਦਾਰਾ ਹੈ। ਕੋਈ ਮਰੇ ਕੋਈ ਜੀਵੇ, ਫੈਡਰਲ ਰਿਜ਼ਰਵ ਘੋਲ ਪਤਾਸੇ ਪੀਵੇ। ਰੱਬ ਨੇ ਇੱਕੋ ਹੀ ਸ਼ਰਤ ਉੱਤੇ ਆਜ਼ਾਦੀ ਦਿੱਤੀ ਹੈ, ਉਹ ਹੈ ਸਦਾ ਸਦਾ ਲਈ ਚੇਤਨਤਾ। ਜੇ ਇਹ ਟੁੱਟ ਗਈ ਤਾਂ ਗੁਲਾਮੀ ਦੀਆਂ ਜ਼ੰਜੀਰਾਂ ਇਸ ਗੁਨਾਹ ਦੀ ਸਜ਼ਾ ਹੋਣਗੀਆਂ। ਜੌਹਨ ਕੂਰਨ। ਫੈਡਰਲ ਰਿਜ਼ਰਵ ਦੇ ਮਾਲਕ ਕੌਣ ਹਨ? ਉਹ ਹਨ ਲੰਡਨ ਅਤੇ ਬਰਲਿਨ ਦੇ ਰੌਥਚਾਈਲਡ, ਪੈਰਿਸ ਦੇ ਲਜ਼ਾਰਡ ਬ੍ਰਦਰਜ਼, ਇਟਲੀ ਦੇ ਇਜ਼ਰਾਈਲ ਦੇ ਮੋਸਿਸ ਅਤੇ ਸੀਫ, ਕੋਹਨਲੋਇਬ ਅਤੇ ਵਾਰਬਰਗ ਜਰਮਨੀ ਦੇ ਲਿਹਮੈਨ ਬ੍ਰਦਰਜ਼, ਗੋਲਡਮੈਨ ਸੈਚਸ ਅਤੇ ਰਾਕਫਿਲਰ ਟੱਬਰ ਨਿਊਯਾਰਕ ਤੋਂ। ਇਹਨਾਂ ਦੀ ਕੇਂਦਰੀ ਬੈਂਕਕਾਰੀ ਜਮਾਤ ਮੁਨਾਫੇ ਕਮਾਉਣ ਲਈ ਬਣੀ ਹੈ। ਫੈਡਰਲ ਰਿਜ਼ਰਵ ਨਾ ਤਾਂ ਫੈਡਰਲ ਭਾਵ ਸਰਕਾਰੀ ਹੈ, ਨਾ ਹੀ ਇਸ ਦੇ ਕੋਲ ਪਿੱਛੇ ਕੋਈ ਰਿਜ਼ਰਵ ਭਾਵ ਖਜ਼ਾਨਾ ਹੈ। ਇਹ ਕੇਵਲ ਕਾਗਜ਼ਾਂ ਉੱਤੇ ਡਾਲਰ ਛਾਪਣ ਦੀ ਤੇਜ਼ ਮਸ਼ੀਨ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਦੇ ਅੰਦਰ ਫੈਡਰਲ ਰਿਜ਼ਰਵ ਇੱਕੋ ਇੱਕ ਅਦਾਰਾ ਹੈ ਜਿਸ ਦੇ ਮੁਨਾਫਿਆਂ ਉੱਤੇ ਕੋਈ ਪ੍ਰਾਂਤੀ ਜਾਂ ਕੇਂਦਰੀ ਟੈਕਸ ਨਹੀਂ ਲੱਗਦਾ। ਹਰ ਸਾਲ ਕਰੀਬ $1 ਟ੍ਰਿਲੀਅਨ ਦਾ ਲਾਭ ਉੱਪਰ ਲਿਖੇ ਟੱਬਰਾਂ ਦੇ ਅੰਦਰ ਵੰਡਿਆ ਜਾਂਦਾ ਹੈ, ਭਾਵ ਇੱਕ ਆਜ਼ਾਦ ਦੇਸ਼ ਅਮਰੀਕਾ ਉੱਪਰ ਦਿਨ ਦਿਹਾੜੇ ਡਾਕਾ। ਜਾਣਕਾਰਾਂ ਦੀ ਗਿਣਤੀ ਥੋੜ੍ਹੀ ਹੈ ਅਤੇ ਜਿਹੜਾ ਡਾਕਾ ਰੋਕ ਸਕਦੇ ਨੇ ਉਹ ਸਿਆਸੀ ਨੇਤਾ ਬੈਂਕਰਾਂ ਦੀ ਮਿਹਰ ਨਾਲ ਮਾਲਾ ਮਾਲ ਹਨ। ਕੌਣ ਆਖੇ ਬੈਂਕਰਾਂ ਨੂੰ ਕਿ ਇੰਜ ਨਹੀਂ ਤੂੰ ਇੰਜ ਕਰ। ਜਦੋਂ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਵਾਲੇ ਰਜਾਏ ਜਾਂਦੇ ਹੋਣ ਤਾਂ ਸਮਗਲਿੰਗ ਅਤੇ ਦੇਸ਼ ਦੀ ਜੜ ਕਟਾਈ ਕੌਣ ਰੋਕ ਸਕਦਾ ਹੈ। 4 ਜੂਨ 1963 ਅਮਰੀਕਾ ਲਈ ਇੱਕ ਇਨਕਲਾਬੀ ਦਿਨ ਸੀ, ਜਿਸ ਬਾਰੇ ਸਾਰੇ ਲੋਕ ਲਗਭਗ ਬੇਖਬਰ ਹਨ। ਇਸ ਦਿਨ ਪ੍ਰਧਾਨ ਜੌਹਨ ਕੈਨੇਡੀ ਨੇ ਨਿੱਜੀ ਬੈਂਕਰਾਂ ਦੇ ਉਲਟ ਇੱਕ ਬਹੁਤ ਵੱਡਾ ਜੁਰਮ ਕੀਤਾ ਸੀ। ਉਹ ਸੀ ਉਸ ਦਾ ਪ੍ਰਸ਼ਾਸਨੀ ਹੁਕਮ ਨੰਬਰ 11110 ਮਿਤੀ 4 ਜੂਨ 1963। ਇਸ ਹੁਕਮ ਨੂੰ ਅੱਜ ਤੱਕ ਨਾ ਵਾਪਸ ਲਿਆ ਗਿਆ ਹੈ, ਨਾ ਹੀ ਇਸ ਵਿੱਚ ਕੋਈ ਸੋਧ ਕੀਤੀ ਗਈ ਹੈ ਅਤੇ ਨਾ ਹੀ ਇਸ ਦੀ ਥਾਂ ਕੋਈ ਹੋਰ ਹੁਕਮ ਜਾਰੀ ਹੋਇਆ। ਭਾਵ ਇਹ ਪ੍ਰਸ਼ਾਸਨੀ ਹੁਕਮ ਠੋਸ ਆਪਣੀ ਥਾਂ ਉੱਤੇ ਹੈ ਅਤੇ ਲਾਗੂ ਹੈ।
ਕੇਵਲ ਇਸ ਉੱਤੇ ਕੋਈ ਅਮਲ ਨਹੀਂ ਹੋ ਰਿਹਾ। ਹੁਕਮ ਇਹ ਸੀ ਕਿ ਅਮਰੀਕਨ ਖਜ਼ਾਨੇ ਦੇ ਅੰਦਰ ਜਿੰਨੀ ਚਾਂਦੀ ਹੈ ਉਸ ਦੇ ਵੱਡੇ ਵੱਡੇ ਚਾਂਦੀ ਸਰਟੀਫਿਕੇਟ ਜਾਰੀ ਕੀਤੇ ਜਾਣ। ਭਾਵ ਇਹ ਕਿ ਇੱਕ ਨਵੀਂ ਕਰੰਸੀ ਉਹ ਹੋਵੇਗੀ ਜਿਸ ਦੀ ਪਿੱਠ ਉੱਤੇ ਉਸ ਦੇ ਬਰਾਬਰ ਦੀ ਚਾਂਦੀ ਖਜ਼ਾਨੇ ਦੇ ਅੰਦਰ ਹੋਵੇਗੀ। ਇਸ ਗਰਜ ਲਈ 2 ਅਤੇ 5 ਡਾਲਰ ਦੇ ਨਵੇਂ ਨੋਟ 4 ਬਿਲੀਅਨ ਮੁੱਲ ਦੀ ਚਾਂਦੀ ਦੇ ਬਰਾਬਰ ਵਰਤੋਂ ਵਿੱਚ ਆ ਗਏ। 10 ਅਤੇ 20 ਡਾਲਰ ਦੇ ਨੋਟ ਛਪਾਈ ਹੇਠ ਸਨ। ਜਦੋਂ ਕੈਨੇਡੀ ਨੂੰ 22 ਨਵੰਬਰ 1963 ਨੂੰ ਕਤਲ ਕਰ ਦਿੱਤਾ ਗਿਆ। ਕੈਨੇਡੀ ਦਾ ਕਤਲ ਕਿਉਂ ਹੋਇਆ? ਇਸ ਲਈ ਕਿ ਬੇਵਕੂਫ ਲੀ ਔਸਵਾਲਡ ਨੇ ਸਕੂਲ ਦੀ ਉੱਪਰਲੀ ਮੰਜ਼ਲ ਤੋਂ ਗੋਲੀ ਮਾਰੀ ਸੀ। ਮੀਤ ਪ੍ਰਧਾਨ ਨੂੰ ਕੈਨੇਡੀ ਕਤਲ ਦੀ ਗੋਂਦ ਦਾ ਪੂਰਾ ਪਤਾ ਸੀ। ਇਸ ਲਈ ਨਹੀਂ ਕਿ ਉਹ ਕਰਵਾਉਣ ਵਾਲਾ ਸੀ, ਬਲਕਿ ਇਸ ਲਈ ਕਿ ਕਤਲ ਤੋਂ ਪਿੱਛੋਂ ਉਸ ਨੂੰ ਵਰਤਿਆ ਜਾਣਾ ਸੀ ਅਤੇ ਜ਼ਰੂਰੀ ਸੀ ਕਿ ਉਸ ਦੀਆਂ ਹੋਣ ਵਾਲੀਆਂ ਸਭ ਹਰਕਤਾਂ ਅਤੇ ਸਪੀਚਾਂ ਪਹਿਲਾਂ ਤੋਂ ਠੀਕ ਸਮਝੀਆਂ ਬੁੱਝੀਆਂ ਹੋਣ। ਕੈਨੇਡੀ ਦਾ ਕਤਲ CIA ਨੇ ਕੀਤਾ, ਇਸ ਵਿੱਚ ਰਤਾ ਵੀ ਸ਼ੱਕ ਨਹੀਂ। ਇਸ ਦੀ ਕੁੱਲ ਮਸ਼ਕ ਕੀਤੀ ਗਈ ਸੀ। ਕੈਨੇਡੀ ਦੀ ਕਾਰ ਦਾ ਰਸਤਾ ਬਦਲਿਆ ਗਿਆ। ਉਸ ਦੇ ਪਿੱਛੇ ਆਉਂਦੀਆਂ ਖੁਫੀਆ ਕਾਰਾਂ ਰੋਕ ਦਿੱਤੀਆਂ ਗਈਆਂ। ਉਸ ਦੀ ਆਪਣੀ ਕਾਰ ਪਿੱਛੇ ਖੜੇ ਲਾਜ਼ਮੀ ਅੰਗ ਰੱਖਿਅਕ ਉਤਾਰ ਦਿੱਤੇ ਗਏ। ਇੰਜ ਮੈਦਾਨ ਸਾਫ਼ ਕਰਨ ਪਿੱਛੋਂ ਉਸ ਦਾ ਕਤਲ ਨਹਾਇਤ ਸੌਖੇ ਢੰਗ ਨਾਲ ਕੀਤਾ ਗਿਆ। ਕਾਰ ਦੇ CIA ਡਰਾਈਵਰ ਵਿਲੀਅਮ ਗਰੀਅਰ ਨੇ ਪਿੱਛੇ ਸਿਰ ਘੁਮਾ ਕੇ ਆਪਣੇ ਮੋਢੇ ਦੇ ਉੱਪਰੋਂ ਗੋਲੀਆਂ ਦਾਗੀਆਂ, ਜਿਸ ਦੇ ਨਾਲ ਕੈਨੇਡੀ ਦੀ ਖੋਪਰੀ ਉੱਡ ਗਈ। ਉਸ ਦੇ ਦਿਮਾਗ ਦਾ ਇੱਕ ਟੋਟਾ ਪਿੱਛੇ ਡਿੱਗਾ, ਜਿਸ ਨੂੰ ਉਸ ਦੀ ਪਤਨੀ ਨੇ ਝਪਕ ਕੇ ਆਪਣੇ ਹੱਥ ਵਿੱਚ ਫੜ ਲਿਆ। ਕੈਨੇਡੀ ਕਤਲ ਦੇ ਖੋਜ ਕਮਿਸ਼ਨ ਨੇ ਕਈ ਸਾਲ ਲਗਾ ਕੇ ਇਸ ਕਤਲ ਬਾਰੇ ਇੱਕ ਰਿਪੋਰਟ ਲਿਖੀ, ਜੋ ਕਤਲ ਦੇ 47 ਸਾਲ ਬਾਅਦ ਤੱਕ ਵੀ ਨਹੀਂ ਛਾਪੀ ਗਈ। ਪਿਛਲੇ ਸਾਲ ਪ੍ਰਧਾਨ ਬੁਸ਼ ਨੇ ਉਸ ਨੂੰ ਅਗਲੇ 70 ਸਾਲਾਂ ਲਈ ਹੋਰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਕਾਤਲ ਵਿਲੀਅਮ ਗਰੀਅਰ 1973 ਵਿੱਚ ਕੁਦਰਤੀ ਕਾਰਨ ਕੈਂਸਰ ਤੋਂ ਮਰਿਆ। ਕਤਲ CIA ਨੇ ਕੀਤਾ। CIA ਨੇ ਇਹ ਕੰਮ ਬੈਂਕਰਾਂ ਦੀ ਬਾਂਦੀ ਬਣ ਕੇ ਕੀਤਾ। ਜਿਵੇਂ ਕੁੱਲ ਪ੍ਰਧਾਨ ਅਤੇ ਸੈਨੇਟਰ ਆਦਿ ਉਹਨਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਆ ਰਹੇ ਹਨ। ਪ੍ਰਧਾਨ ਜੌਨ ਕੈਨੇਡੀ ਨੇ ਆਪਣੇ ਦੇਸ਼ ਲਈ ਅਤੇ ਸ਼ਾਇਦ ਦੁਨੀਆ ਦੇ ਕੁੱਲ ਪੁਆੜਿਆਂ ਦੀ ਜੜ ਲੱਭ ਲਈ ਸੀ, ਪਰ ਉਸ ਦਾ ਇਹ ਭੁਲੇਖਾ ਸੀ ਕਿ ਉਹ ਇੱਕ ਕਾਗਜ਼ ਦੇ ਉੱਤੇ ਦਸਤਖਤ ਕਰਕੇ ਦੇਸ਼ ਅਤੇ ਦੁਨੀਆ ਦੀ ਕਿਸਮਤ ਬਦਲ ਦੇਵੇਗਾ। ਪੁਆੜੇ ਦੀ ਜੜ ਦੀ ਜਕੜ ਤਾਂ ਅੱਜ ਪਹਿਲਾਂ ਨਾਲੋਂ ਵੀ ਮਜ਼ਬੂਤ ਹੈ। ਯੂਨੀਵਰਸਿਟੀਆਂ ਵਿੱਚ ਉੱਚੀਆਂ ਕੁਰਸੀਆਂ ਉੱਤੇ ਬੈਠੇ ਵਿੱਤੀ ਅਤੇ ਸਿਆਸੀ ਮਾਹਰਾਂ ਅਤੇ ਮੈਦਾਨ ਵਿੱਚ ਉਤਰੇ ਹਾਕਮ ਅਤੇ ਵਿਰੋਧੀ ਸਿਆਸੀ ਨੇਤਾਵਾਂ ਵਿੱਚੋਂ ਕਿੰਨਿਆਂ ਕੁ ਨੂੰ ਬਖਤ ਹੈ ਕਿ ਉਹ ਪੁਆੜੇ ਦੀ ਜੜ ਨੂੰ ਸਮਝਣ ਅਤੇ ਨਜਿੱਠਣ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ ਚੌਥਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।